Good morning, students. Today we will continue topic RTI. Under RTI Act, we will do subtopic State Information Commission. ਪ੍ਰੀਵੀਅਸ ਲੈਕਚਰ ਦੇ ਵਿੱਚ ਆਪਾਂ ਨੇ ਕੀਤਾ ਸੀ ਸੈਂਟਰ ਇਨਫੋਰਮੇਸ਼ਨ ਕਮਿਸ਼ਨ ਤੇ ਅੱਜ ਆਪਾਂ ਗੱਲ ਕਰਾਂਗੇ ਸਟੇਟ ਇਨਫੋਰਮੇਸ਼ਨ ਕਮਿਸ਼ਨ ਦੀ। ਤਾਂ ਮੈਂ ਤੁਹਾਨੂੰ ਸੈਂਟਰ ਇਨਫੋਰਮੇਸ਼ਨ ਕਮਿਸ਼ਨ ਦੇ ਵਿੱਚ ਕੀ ਦੱਸਿਆ ਸੀ, ਉਸ ਦਾ ਕੰਪੋਜੀਸ਼ਨ ਦੇ ਵਿੱਚ ਮੈਂ ਕੀ ਕਿਹਾ ਸੀ ਕਿ ਪ੍ਰੈਜ਼ੈਂਟ ਪੁਆਇੰਟ ਕਰਦਾ ਪਲੱਸ ਕੁਝ ਫਰਦਰ ਮੈਂ ਪੁਆਇੰਟਸ ਦੱਸੇ ਸੀ ਕਿ ਇਸ ਦੇ ਵਿੱਚ ਕੀ ਹੁੰਦਾ ਵੀ ਜੋ ਸੈਂਟਰਲ ਚੀਫ ਇਨਫੋਰਮੇਸ਼ਨ ਕਮਿਸ਼ਨ ਹੁੰਦਾ ਉਹ ਸੇਮ ਹੁੰਦਾ, ਉਸਦੀ ਸੈਲਰੀ ਅਲਾਉੈਂਸਿਸ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨਰ ਦਾ ਹੁੰਦਾ, ਠੀਕ ਹੈ, ਚੀਫ ਇਲੈਕਸ਼ਨ ਕਮਿਸ਼ਨਰ ਦਾ। ਅਤੇ ਸੈਂਟਰਲ ਇਨਫੋਰਮੇਸ਼ਨ ਕਮਿਸ਼ਨਰ ਦੇ ਜੋ ਸੈਲਰੀ ਅਲਾਉੈਂਸਿਸ ਨੇ ਉਹ ਸੇਮ ਕਿਸ ਤਰ੍ਹਾਂ ਹੁੰਦਾ, ਇਨਫੋਰਮੇਸ਼ਨ ਕਮਿਸ਼ਨਰ ਜਾਂ ਫਿਰ ਇਲੈਕਸ਼ਨ ਕਮਿਸ਼ਨਰ, ਇਹ ਦੋਨੋਂ ਕੀ ਨੇ, ਸੇਮ ਹੀ ਨੇ, ਇਹਨਾਂ ਦਾ ਮਤਲਬ ਅਲਾਉੈਂਸਿਸ ਸੈਲਰੀਜ਼ ਵਗੈਰਾ ਸੇਮ ਹੁੰਦੇ ਨੇ। ਬਟ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਕਿ ਤੁਸੀਂ ਅਮੈਂਡਡ ਐਕਟ ਕਰਨਾ ਹੈ 2019 ਕੰਜ਼ਿਊਮਰ ਪ੍ਰੋਟੈਕਸ਼ਨ ਵਾਲਾ ਵੀ ਅਤੇ RTI ਦੇ ਵਿੱਚ ਵੀ। ਤੁਸੀਂ ਬਾਕੀ ਫਰਦਰ ਦੇ ਤੁਹਾਡੀ ਬੁੱਕਸ ਦੇ ਵਿੱਚ ਨੋਟਸ ਨੇ ਪ੍ਰੋਪਰ ਇਹੀ ਲਿਖਣੇ ਨੇ, ਐਗਜ਼ਾਮ ਦੇ ਪੁਆਇੰਟ ਵੀ ਤੁਸੀਂ ਇਹੀ ਕਰਨੇ ਨੇ। ਬਟ 3 ਅਮੈਂਡਮੈਂਟਸ ਹੋਈਆਂ ਸੀ RTI 2019 ਦੇ ਵਿੱਚ, ਇਹ ਅਮੈਂਡਮੈਂਟਸ ਤੁਸੀਂ ਨੋਟ ਕਰ ਲਓ। ਫਸਟ ਅਮੈਂਡਮੈਂਟ ਕੀ ਦੱਸੀ ਸੀ ਮੈਂ ਤੁਹਾਨੂੰ ਕਿ ਜੋ ਆਪਾਂ ਗੱਲ ਕੀਤੀ ਵੀ ਜੋ ਸੈਂਟਰਲ ਚੀਫ ਇਨਫੋਰਮੇਸ਼ਨ ਕਮਿਸ਼ਨ ਹੈ ਇਸ ਦੀ ਸੈਲਰੀ ਬਿਲਕੁਲ ਕਿਸ ਵਾਂਗ ਹੁੰਦੀ ਹੈ ਜਿੰਨੀ ਚੀਫ ਇਲੈਕਸ਼ਨ ਕਮਿਸ਼ਨਰ ਕੌਣ ਹੁੰਦੇ ਨੇ, ਜਿਹੜੇ ਵੋਟਿੰਗ ਵਗੈਰਾ ਕਰਵਾਉਂਦੇ ਨੇ, ਹੈ ਨਾ, ਟੋਪ ਲੈਵਲ ਬੋਡੀਜ਼। ਅਤੇ ਜੋ ਤੁਹਾਡਾ ਸੈਂਟਰਲ ਇਨਫੋਰਮੇਸ਼ਨ ਕਮਿਸ਼ਨਰ ਸੀ ਉਸ ਦਾ ਬਿਲਕੁਲ ਕਿਸ ਤਰ੍ਹਾਂ ਸੀ ਵੀ ਜਿਸ ਤਰ੍ਹਾਂ ਆਪਣਾ ਇਲੈਕਸ਼ਨ ਕਮਿਸ਼ਨਰ ਹੁੰਦਾ, ਇਹਨਾਂ ਦੇ ਸੈਲਰੀ ਅਲਾਉੈਂਸਿਸ ਨੇ ਜਿਹੜੇ ਬਿਲਕੁਲ ਕੀ ਹੁੰਦੇ ਨੇ, ਕਾਮਨ ਹੁੰਦੇ ਨੇ। ਬਟ RTI ਜਿਹੜਾ 2019 ਦੇ ਵਿੱਚ ਕੀ ਹੋ ਗਿਆ ਸੀ, ਥੋੜ੍ਹੇ ਜਿਹੇ ਅਮੈਂਡਮੈਂਟਸ ਆਏ ਸੀ 3। ਫਸਟ ਇਹਦੇ ਵਿੱਚ ਕੀ ਕਿਹਾ ਗਿਆ ਸੀਗਾ ਵੀ ਜੋ ਟਾਈਮ ਪੀਰੀਅਡ ਹੈ ਉਹ ਆਪਾਂ ਇਹ ਨਹੀਂ ਕਹਿ ਸਕਦੇ ਵੀ 5 ਈਅਰ ਜਾਂ 65 ਈਅਰਸ ਵਿੱਚ ਐਵਰੇਜ ਅਰਲੀਅਰ, ਇਹ ਚੀਜ਼ ਕੀ ਹੋ ਗਈ, ਐਬੋਲਿਸ਼ਡ ਹੋ ਗਈ। ਸੈਂਟਰਲ ਗਵਰਨਮੈਂਟ ਵਿਲ ਡਿਸਾਈਡ ਦਾ ਟਾਈਮ ਪੀਰੀਅਡ ਆਫ ਸੈਂਟਰਲ ਇਨਫੋਰਮੇਸ਼ਨ ਕਮਿਸ਼ਨਰ ਐਂਡ ਸਟੇਟ ਇਨਫੋਰਮੇਸ਼ਨ ਕਮਿਸ਼ਨਰਸ, ਕਿ ਜੋ ਇਹ ਬੋਡੀਜ਼ ਬਣੀਆਂ ਨੇ ਇਹਨਾਂ ਦਾ ਜੋ ਟਾਈਮ ਪੀਰੀਅਡ ਹੈ ਨਾ 5 ਈਅਰ ਨਾ 65 ਈਅਰ, ਠੀਕ ਹੈ। ਸੈਂਟਰਲ ਗਵਰਨਮੈਂਟ ਹੀ ਡਿਸਾਈਡ ਕਰੇਗੀ ਕਿ ਕਿੰਨੇ ਟਾਈਮ ਪੀਰੀਅਡ ਦੇ ਲਈ ਇੱਕ ਪਰਸਨ ਨੂੰ ਇਸ ਡੈਜ਼ਿਗਨੇਸ਼ਨ ਲੈਵਲ 'ਤੇ ਆਪਾਂ ਨੇ ਪੁਆਇੰਟ ਕਰਨਾ। ਦੈਨ ਇੱਕ ਸੈਕਿੰਡ ਅਮੈਂਡਮੈਂਟ ਕੀ ਆਈ ਸੀ, ਸੈਕਿੰਡ ਅਮੈਂਡਮੈਂਟ ਕੀ ਹੋਈ, ਦੇਖੋ ਫਸਟ ਤਾਂ ਟਾਈਮ ਪੀਰੀਅਡ ਦੀ ਹੋ ਗਈ। ਨੈਕਸਟ ਤੁਸੀਂ ਬਣਾ ਲਓ ਟੋਪਿਕ ਦਾ ਇੱਕ ਹੈਡਿੰਗ ਬਣਾ ਲਓ ਸੈਲਰੀਜ਼ ਐਂਡ ਅਲਾਉੈਂਸਿਸ। ਇਸ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਜੋ ਸੈਲਰੀ ਅਲਾਉੈਂਸਿਸ ਸੀਗੇ ਪਹਿਲਾਂ ਕੀ ਸੀ, ਜੋ ਸੈਂਟਰਲ ਚੀਫ ਇਨਫੋਰਮੇਸ਼ਨ ਕਮਿਸ਼ਨਰ ਦੀ ਸੈਲਰੀ ਸੀ, ਅਲਾਉੈਂਸਿਸ ਸੀਗੇ ਉਹ ਬਿਲਕੁਲ ਸੇਮ ਸੀ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨਰ ਦੇ ਹੁੰਦੇ ਸੀ, ਮੀਨਸ ਜਿਸ ਤਰ੍ਹਾਂ ਚੀਫ ਇਲੈਕਸ਼ਨ ਕਮਿਸ਼ਨਰ ਦੇ ਹੁੰਦੇ ਸੀ। ਅਤੇ ਜੋ ਸੈਂਟਰਲ ਇਨਫੋਰਮੇਸ਼ਨ ਕਮਿਸ਼ਨਰ ਹੈ ਉਸਦੇ ਇਲੈਕਸ਼ਨ ਕਮਿਸ਼ਨਰ ਵਾਂਗ ਹੁੰਦੇ ਸੀ। ਬਟ ਹੁਣ ਇਹ ਸੈਲਰੀ ਅਲਾਉੈਂਸਿਸ ਵੀ ਕੌਣ ਡਿਸਾਈਡ ਕਰੇਗੀ, ਗਵਰਨਮੈਂਟ ਡਿਸਾਈਡ ਕਰੇਗੀ ਕਿ ਕਿੰਨੀ ਸੈਲਰੀ ਦੇਣੀ ਹੈ, ਕਿੰਨੇ ਅਲਾਉੈਂਸਿਸ ਦੇਣੇ ਅਤੇ ਕਿੰਨੇ ਪਰਕੁਇਸਟ ਜਾਂ ਫਿਰ ਬੈਨੀਫਿਟਸ ਦੇਣੇ ਨੇ। ਇਹ ਚੀਜ਼ ਜਿਹੜੀ ਹੁਣ ਆਪਸ ਦੇ ਵਿੱਚ ਇਹ ਕਾਮਨ ਨਹੀਂ ਰਿਹਾ, ਤਾਂ ਸੈਂਟਰਲ ਗਵਰਨਮੈਂਟ ਹੀ ਡਿਸਾਈਡ ਕਰੇਗੀ। ਥਰਡ ਪੁਆਇੰਟ ਕੀ ਸੀ, previous salaries and allowances of central chief information commission and information commissioner will not be deducted from current salary। ਤਾਂ ਇਸ ਦਾ ਮੀਨਿੰਗ ਕੀ ਹੈ, ਪਹਿਲਾਂ ਜੋ RTI ਐਕਟ ਸੀ ਇਸ ਦੇ ਵਿੱਚ ਕੀ ਹੁੰਦਾ ਸੀ ਕਿ ਜਿਵੇਂ ਕੋਈ ਪਰਸਨ ਹੈ ਨਾ ਜਿਹੜਾ ਸਪੋਜ਼ ਕਰੋ ਹੁਣ ਉਹ ਸੈਂਟਰਲ ਇਨਫੋਰਮੇਸ਼ਨ ਕਮਿਸ਼ਨਰ ਹੈ ਜਾਂ ਫਿਰ ਚੀਫ ਇਨਫੋਰਮੇਸ਼ਨ ਕਮਿਸ਼ਨਰ ਦੇ ਲੈਵਲ 'ਤੇ ਹੈ, ਉਸ ਤੋਂ ਪਹਿਲਾਂ ਵੀ ਉਹ ਕੋਈ ਜੋਬ ਕਰਦਾ ਸੀ, ਕੋਈ ਗਵਰਨਮੈਂਟ ਇੰਪਲਾਈ ਸੀ, ਤਾਂ ਗਵਰਨਮੈਂਟ ਕੀ ਕਰਦੀ ਸੀ ਉਸ ਦੀ ਜਿਹੜੀ ਕਰੰਟ ਸੈਲਰੀ ਹੈ ਮਤਲਬ ਜਿਹੜੀ ਉਸਨੂੰ ਇਸ ਲੈਵਲ 'ਤੇ ਸੈਲਰੀ ਮਿਲ ਰਹੀ ਹੈ ਪਲੱਸ ਉਹਨੂੰ ਰਿਟਾਇਰਡ ਕਹਿ ਸਕਦੇ ਹਾਂ ਵੀ ਗਵਰਨਮੈਂਟ ਤੋਂ ਵੀ ਪੈਨਸ਼ਨ ਆ ਰਹੀ ਹੈ ਤਾਂ ਉਹਨੂੰ ਡਿਡਕਟ ਕਰ ਦਿੰਦੇ ਸੀ। ਕਿਸ ਤਰ੍ਹਾਂ ਦੇਖੋ, ਮੰਨ ਲਓ ਕੋਈ ਸਟੇਟ ਚੀਫ ਇਨਫੋਰਮੇਸ਼ਨ ਕਮਿਸ਼ਨਰ ਹੈ ਜਾਂ ਫਿਰ ਕੋਈ ਸੈਂਟਰਲ ਚੀਫ ਇਨਫੋਰਮੇਸ਼ਨ ਕਮਿਸ਼ਨਰ ਹੈ, ਉਸਨੂੰ ਇਸ ਲੈਵਲ 'ਤੇ ਸੈਲਰੀ ਮਿਲ ਰਹੀ ਹੈ 70,000 ਪਰ ਮੰਥ, ਠੀਕ ਹੈ। ਪਲੱਸ ਉਹ ਇੱਕ ਰਿਟਾਇਰਡ ਇੰਪਲੋਏ ਹੈ, ਗਵਰਨਮੈਂਟ ਇੰਪਲੋਏ ਹੈ, ਉੱਥੋਂ ਉਸਨੂੰ ਪੈਨਸ਼ਨ ਵੀ ਆ ਰਹੀ ਹੈ, ਪੈਨਸ਼ਨ ਆ ਰਹੀ ਹੈ ਸਪੋਜ਼ ਕਰੋ ਉਸਨੂੰ 35,000 ਪਰ ਮੰਥ, 30,000 ਪਰ ਮੰਥ, ਤਾਂ ਗਵਰਨਮੈਂਟ ਕੀ ਕਰ ਦਿੰਦੀ ਸੀ, ਡਿਡਕਟ ਕਰ ਦਿੰਦੀ ਸੀ, ਡਿਡਕਟ ਕਰਕੇ ਓਨਲੀ ਉਸਨੂੰ 40,000 ਹੀ ਦਿੰਦੀ ਸੀ। ਬਟ ਹੁਣ ਇਹ ਚੀਜ਼ਾਂ ਕੀ ਹੋ ਗਈਆਂ, ਐਬੋਲਿਸ਼ਡ ਹੋ ਗਈਆਂ। ਹੁਣ ਸੈਂਟਰਲ ਗਵਰਨਮੈਂਟ ਨੇ ਹੀ ਇਸ ਸਾਰੀ ਚੀਜ਼ ਦੀ ਕੀ ਕਰਨੀ ਹੈ, ਕੇਅਰਫੁਲੀ ਇਸਨੂੰ ਪੁਆਇੰਟ ਆਊਟ ਕਰਨਾ। ਇਹ ਚੀਜ਼ਾਂ ਹੁਣ ਸੈਂਟਰਲ ਗਵਰਨਮੈਂਟ ਐਟ ਅ ਟਾਈਮ ਹੀ ਡਿਸਾਈਡ ਕਰੇਗੀ। ਤਾਂ ਇਹ 3 ਪ੍ਰੋਵੀਜ਼ਨ ਸੀਗੇ ਜੋ RTI 2019 ਦੇ ਵਿੱਚ ਆਏ ਨੇ। ਬਾਕੀ ਸਾਰਾ ਤੁਹਾਡਾ ਪ੍ਰੋਸੀਜਰ ਕੀ ਹੈ, ਸੇਮ ਹੈ। ਨੈਕਸਟ ਆਪਾਂ ਕਰਾਂਗੇ ਅੱਜ ਸਟੇਟ ਇਨਫੋਰਮੇਸ਼ਨ ਕਮਿਸ਼ਨਰ। ਇਸ ਦੇ ਵਿੱਚ ਕੌਣ ਹੁੰਦਾ, ਇੱਕ ਸਟੇਟ ਚੀਫ ਅਤੇ ਇੱਕ ਸਟੇਟ ਇਨਫੋਰਮੇਸ਼ਨ ਕਮਿਸ਼ਨਰ। ਸਟੇਟ ਚੀਫ ਇਨਫੋਰਮੇਸ਼ਨ ਕਮਿਸ਼ਨ ਐਂਡ ਸਟੇਟ ਇਨਫੋਰਮੇਸ਼ਨ ਕਮਿਸ਼ਨਰ these are appointed by the government on the recommendations of committee headed by the CM of the state। ਦੇਖੋ ਮੈਂ ਤੁਹਾਨੂੰ ਦੱਸਿਆ ਸੀ ਕਿ ਸੈਂਟਰ ਲੈਵਲ 'ਤੇ ਕੌਣ ਹੁੰਦਾ, ਪ੍ਰੈਜ਼ੀਡੈਂਟ ਪਲੱਸ PM ਹੁੰਦਾ, ਅਤੇ ਜੋ ਸਟੇਟ ਲੈਵਲ 'ਤੇ ਹੁੰਦਾ ਇੱਥੇ ਕੀ ਆ ਜਾਂਦੇ ਤੁਹਾਡੇ ਗਵਰਨਰਸ ਅਪੋਇੰਟ ਕਰਦੇ ਨੇ, ਗਵਰਨਰ ਪਲੱਸ CM ਜਾਂ ਫਿਰ ਲੀਡਰ ਆਫ ਆਪੋਜੀਸ਼ਨ ਇਨ ਦਾ ਲੈਜਿਸਲੇਟਿਵ ਅਸੈਂਬਲੀ, MLAs ਵਗੈਰਾ ਹੋਏ ਜਿਸ ਤਰ੍ਹਾਂ। ਤਾਂ ਇਸ ਦੇ ਫੰਕਸ਼ਨਸ ਕੀ ਹੋਣਗੇ, ਦੇਖੋ ਇਨਫੋਰਮੇਸ਼ਨ ਪ੍ਰੋਵਾਈਡ ਕਰਨਾ, ਠੀਕ ਹੈ, ਜੇ PIO API ਬੋਡੀਜ਼ ਨਹੀਂ ਪ੍ਰੋਵਾਈਡ ਕਰਦੀਆਂ
ਨੈਕਸਟ ਕੀ ਹੈ ਕੁਆਲੀਫਿਕੇਸ਼ਨ ਕੀ ਹੋਗੀ ਸਟੇਟ ਇਨਫੋਰਮੇਸ਼ਨ ਕਮਿਸ਼ਨ ਹੋਇਆ ਜਾਂ ਸਟੇਟ ਚੀਫ ਇਨਫੋਰਮੇਸ਼ਨ ਕਮਿਸ਼ਨਰ ਹੋਇਆ ਇਹ ਕੀ ਹੋਣੇ ਚਾਹੀਦੇ ਨੇ ਪਰਸਨ ਆਫ ਐਮੀਨੈਂਸ ਇਨ ਪਬਲਿਕ ਲਾਈਫ ਵਿਦ ਵਾਈਡ ਨੌਲੇਜ ਐਂਡ ਐਕਸਪੀਰੀਅੰਸ ਇਨ ਲਾਅ ਸਾਇੰਸ ਐਂਡ ਟੈਕਨੋਲੋਜੀ ਸੋਸ਼ਲ ਸਰਵਿਸ ਮੈਨੇਜਮੈਂਟ ਜਰਨਲਿਜ਼ਮ ਮਾਸ ਮੀਡੀਆ ਐਡਮਿਨਿਸਟ੍ਰੇਸ਼ਨ ਐਂਡ ਗਵਰਨੈਂਸ ਇਹਨਾਂ ਨੂੰ ਕੀ ਨੌਲੇਜ ਹੋਣੀ ਚਾਹੀਦੀ ਹੈ ਮੈਨੇਜਮੈਂਟ ਦੀ ਪ੍ਰੋਪਰ ਮਾਸ ਮੀਡੀਆ ਦੀ ਟੈਕਨੋਲੋਜੀ ਦੀ ਸਾਰੀ ਨੌਲੇਜ ਜਿਹੜੀ ਇੱਕ ਸਟੇਟ ਚੀਫ ਇਨਫੋਰਮੇਸ਼ਨ ਕਮਿਸ਼ਨਰ ਨੂੰ ਜਾਂ ਫਿਰ ਇਨਫੋਰਮੇਸ਼ਨ ਕਮਿਸ਼ਨਰ ਨੂੰ ਹੋਣੀ ਚਾਹੀਦੀ ਹੈ। ਨੈਕਸਟ ਇਜ਼ ਦਾ ਟਾਈਮ ਪੀਰੀਅਡ ਕਿੰਨੇ ਵੀ ਜਾਂ ਤਾਂ 65 ਈਅਰ ਜਾਂ ਫਿਰ 5 ਈਅਰ ਵਿਚ ਐਵਰ ਇਜ਼ ਅਰਲੀਅਰ ਠੀਕ ਹੈ ਬਟ ਹੁਣ ਇਹ ਚੀਜ਼ਾਂ ਕੀ ਹੋ ਗਈਆਂ ਸੈਂਟਰਲ ਗਵਰਨਮੈਂਟ ਵਿਲ ਡਿਸਾਈਡ ਤੁਸੀਂ ਫਰਦਰ ਜੋ ਐਡੀਸ਼ਨ ਮੈਂ ਤੁਹਾਨੂੰ ਲਾਈਨ ਦੱਸੀ ਇੱਕ ਤੁਸੀਂ ਐਡ ਅਪ ਕਰਨੀ ਹੈ। ਨੈਕਸਟ ਕੀ ਹੈ ਓਥ ਸਟੇਟ ਚੀਫ ਇਨਫੋਰਮੇਸ਼ਨ ਕਮਿਸ਼ਨਰ ਔਰ ਸਟੇਟ ਇਨਫੋਰਮੇਸ਼ਨ ਕਮਿਸ਼ਨਰ ਸ਼ੈਲ ਮੇਕ ਐਨ ਓਥ ਔਰ ਅਫਰਮੇਸ਼ਨ ਬਿਫੋਰ ਦਾ ਗਵਰਨਰ ਸੇਮ ਰੈਜ਼ੀਨੇਸ਼ਨ ਟੂ ਗਵਰਨਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਸੈਂਟਰਲ ਇਨਫੋਰਮੇਸ਼ਨ ਕਮਿਸ਼ਨਰ ਹੈ ਜਾਂ ਫਿਰ ਸੈਂਟਰਲ ਚੀਫ ਇਨਫੋਰਮੇਸ਼ਨ ਕਮਿਸ਼ਨਰ ਉਸਨੂੰ ਅਪੁਆਇੰਟ ਕੌਣ ਕਰਦਾ ਪ੍ਰੈਜ਼ੈਂਟ ਕਰਦਾ ਤਾਂ ਓਥ ਵੀ ਪ੍ਰੈਜ਼ੈਂਟ ਹੀ ਦੇਗਾ ਅਤੇ ਆਪਣਾ ਰੈਜ਼ੀਨੇਸ਼ਨ ਵੀ ਪ੍ਰੈਜ਼ੈਂਟ ਨੂੰ ਹੀ ਦੇ ਕੇ ਜਾਵੇਗਾ। ਤਾਂ ਆਪਾਂ ਅੱਜ ਕਰ ਰਹੇ ਹਾਂ ਦੇਖੋ ਸਟੇਟ ਚੀਫ ਇਨਫੋਰਮੇਸ਼ਨ ਕਮਿਸ਼ਨਰ ਅਤੇ ਸਟੇਟ ਇਨਫੋਰਮੇਸ਼ਨ ਕਮਿਸ਼ਨਰ ਤਾਂ ਇਸ ਨੂੰ ਅਪੁਆਇੰਟ ਕੌਣ ਕਰਦੇ ਨੇ ਗਵਰਨਰ ਅਪੁਆਇੰਟ ਕਰਦਾ ਤਾਂ ਇਸ ਨੂੰ ਓਥ ਵੀ ਪਲੱਸ ਇਸ ਦਾ ਰੈਜ਼ੀਨੇਸ਼ਨ ਵੀ ਕਿਸ ਕੋਲ ਜਾਵੇਗਾ ਗਵਰਨਰ ਕੋਲ ਹੀ ਜਾਵੇਗਾ। ਤਾਂ ਇਹ ਆਪਣਾ ਚੈਪਟਰ ਸੀ 1-2 ਟੋਪਿਕ ਰਹਿ ਗਏ ਆਪਾਂ ਨੈਕਸਟ ਕਲਾਸ ਦੇ ਵਿੱਚ ਕਰਾਂਗੇ। ਥੈਂਕ ਯੂ।